ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਤੇ ਇੱਕ ਵਾਰ ਫਿਰ ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਅੱਜ ਮੀਟਿੰਗ ਦਾ 9ਵਾਂ ਦੌਰ ਚੱਲ ਰਿਹਾ ਹੈ। 9ਵੇਂ ਦੌਰ ਦੀ ਬੈਠਕ ਦੇ ਵਿੱਚੋਂ ਪਹਿਲੇ ਦੌਰ ਦੀ ਬੈਠਕ ਬੇਸਿੱਟਾ ਹੋ ਚੁੱਕੀ ਹੈ। ਭਾਵ ਕਿ ਕਿਸਾਨਾਂ ਦਾ ਲੰਚ ਟਾਈਮ ਹੋਇਆ ਹੈ। ਲੰਚ ਟਾਈਮ ਤੋਂ ਪਹਿਲਾਂ ਦੀ ਵਾਰਤਾਲਾਪ ਬਿਲਕੁਲ ਬੇਸਿੱਟਾ ਰਹੀ ਹੈ, ਕਿਉਂਕਿ ਸਰਕਾਰ ਦੇ ਵੱਲੋਂ ਫਿਰ ਉਹੀ ਗੱਲਾਂ ਦੁਹਰਾਈਆਂ ਗਈਆਂ ਜਿਨ੍ਹਾਂ ਤੋਂ ਕਿਸਾਨ ਚੁੱਪੀ ਵੱਟਦੇ ਨਜ਼ਰ ਆਉਂਦੇ ਨੇ ਪਿਛਲੀਆਂ ਮੀਟਿੰਗਾਂ ਦੇ ਵਿੱਚ। ਭਾਵ ਕਿ ਕਾਨੂੰਨਾਂ ਦੀਆਂ ਸੋਧਾਂ ਦੇ ਉੱਤੇ ਗੱਲਬਾਤ, ਕਿਸਾਨਾਂ ਦਾ ਸਿੱਧੇ ਤੌਰ ਦੇ ਉੱਤੇ ਕਹਿਣਾ ਹੈ ਕਿ ਅਸੀਂ ਕਿਸੇ ਕਿਸਮ ਦੀ ਸੋਧ ਦੇ ਉੱਤੇ ਗੱਲਬਾਤ ਨਹੀਂ ਕਰਾਂਗੇ। ਹੁਣ ਤਾਂ ਕਿਸਾਨ ਇੱਥੋਂ ਤੱਕ ਕਹਿ ਰਹੇ ਨੇ ਕਿ MSP ਦੇ ਉੱਤੇ ਵੀ ਗੱਲਬਾਤ ਉਦੋਂ ਹੀ ਹੋਣੀ ਸਹੀ ਰਹੇਗੀ ਜਦੋਂ ਇਹ ਤਿੰਨੋਂ ਖੇਤੀ ਕਾਨੂੰਨ ਰੱਦ ਹੋਣਗੇ। ਸੋ ਮੀਟਿੰਗ ਦਾ ਜਿਹੜਾ ਪਹਿਲਾ ਦੌਰ ਹੈ ਉਹ ਬੇਸਿੱਟਾ ਰਿਹਾ ਹੈ। ਉਸ ਤੋਂ ਬਾਅਦ ਲੰਚ ਟਾਈਮ ਹੋਇਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪਹਿਲਾਂ ਕਿਸਾਨ ਪਹੁੰਚਦੇ ਨੇ, ਮੰਤਰੀਆਂ ਤੇ ਅਫਸਰਾਂ ਦੀ ਮੀਟਿੰਗ ਹੁੰਦੀ ਹੈ, ਫਿਰ ਮੰਤਰੀ ਪਹੁੰਚਦੇ ਨੇ, ਉਹੀ ਤਰ੍ਹਾਂ ਦੀਆਂ ਪੇਸ਼ਕਸ਼ਾਂ ਮੰਤਰੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਕਾਨੂੰਨਾਂ ਦੇ ਰੱਦ ਨਹੀਂ ਹੋਣਗੇ ਸਿੱਧੇ ਤੌਰ ਦੇ ਉੱਤੇ ਨਰਿੰਦਰ ਤੋਮਰ ਕਹਿ ਚੁੱਕੇ ਨੇ, ਤੇ ਸੋਧਾਂ ਦੇ ਉੱਤੇ ਗੱਲਬਾਤ ਕਰੋ। ਕਿਸਾਨ ਉਹੀ ਉਸੇ ਤਰ੍ਹਾਂ ਫਿਰ ਕਹਿ ਰਹੇ ਨੇ ਕਿ ਅਸੀਂ ਸਿਰਫ ਤੇ ਸਿਰਫ ਕਾਨੂੰਨ ਰੱਦ ਕਰਵਾਉਣ ਦੇ ਉੱਤੇ ਗੱਲਬਾਤ ਕਰਨ ਦੇ ਲਈ ਆ ਰਹੇ ਹਾਂ। ਭਾਵ ਕਿ ਪੂਰਾ ਵਰਤੀਰਾ ਉਸੇ 8 ਮੀਟਿੰਗਾਂ ਦੇ ਤਰ੍ਹਾਂ ਇਸ 9ਵੀਂ ਮੀਟਿੰਗ ਦਾ ਵੀ ਹੈ। ਉਸੇ ਤਰ੍ਹਾਂ ਸਾਰਾ ਕੁਝ ਚੱਲ ਰਿਹਾ ਹੈ ਕਿ ਪਹਿਲਾਂ ਮੀਟਿੰਗ 'ਚ ਮੰਤਰੀ ਪਹੁੰਚੇ, ਮੰਤਰੀਆਂ ਦੇ ਨਾਲ ਗੱਲਬਾਤ ਹੋਈ, ਫਿਰ ਤਲਖੀ ਹੋਈ, ਤੇ ਫਿਰ ਉਸ ਤੋਂ ਬਾਅਦ ਲੰਚ ਟਾਈਮ ਹੋਇਆ, ਫਿਰ ਗੱਲਬਾਤ ਹੋਈ। ਭਾਵ ਕਿ ਉਸ ਤੋਂ ਬਾਅਦ ਫਿਰ ਹਰ ਵਾਰ ਦੀ ਤਰ੍ਹਾਂ ਮੀਟਿੰਗ ਬੇਸਿੱਟਾ ਰਹਿਣ ਦੀਆਂ ਉਮੀਦਾਂ। ਇਸ ਦੇ ਉੱਤੇ ਸੀਨੀਅਰ ਪੱਤਰਕਾਰ ਸ਼ਰਦ ਵਰਮਾ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਕਿਸਾਨਾਂ ਦੀ ਗੱਲਬਾਤ ਸੁਣਾਉਂਦੇ ਹਾਂ, ਜੋ ਕਿਸਾਨ ਲਗਾਤਾਰ ਗੱਲਬਾਤ ਕਰ ਰਹੇ ਨੇ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ, ਮੰਤਰੀਆਂ ਦੇ ਨਾਲ। ਤੁਹਾਨੂੰ ਸਾਰਾ ਕੁਝ ਦੱਸਿਆ ਜਾਵੇਗਾ ਅਜੇ ਮੀਟਿੰਗ ਕਰਕੇ ਤੇ ਬਾਅਦ ਵਿੱਚ ਸਾਰਾ ਕੁਝ ਤੁਹਾਨੂੰ ਦੱਸਿਆ ਜਾਵੇਗਾ ਜੋ ਅੰਦਰ ਡਿਟੇਲ ਹੈਗੀ ਆ। ਸਾਨੂੰ ਆਸਾਂ ਤੇ ਉਮੀਦਾਂ ਨੇ। ਅਸੀਂ ਸਿੰਘੂ ਬਾਰਡਰ ਤੋਂ ਅਰਦਾਸ ਬੇਨਤੀ ਕਰਕੇ ਤੁਰੇ ਹਾਂ ਵੀ ਅੱਜ ਕਿਸਾਨਾਂ ਦਾ ਹੱਲ ਨਿਕਲੇ ਔਰ ਸਾਡੇ ਕਿਸਾਨ ਇਹਨਾਂ ਬਾਰਡਰਾਂ ਤੋਂ ਪਿੱਛੇ ਹਟ ਕੇ ਕਾਨੂੰਨਾਂ ਰੱਦ ਹੋਣ ਤੋਂ बाद अपने ऊपर ही कराने जाएंगे। देखो आज की मीटिंग में तो कुछ नहीं निकलता लगता, क्योंकि एक ही बात बता देनी है मंत्रियों ने कि सुप्रीम कोर्ट ने एक कमेटी का गठन कर दिया है। वो 4 मैंबरी कमेटी के आगे आप अपना पक्ष रख ले तो कमेटी इसको हल निकाल देगी। हम इसको मुद्दों रद्द कर चुके हैं। कोई भी जथेबंदी इस नाल सहमत नहीं होती कि कमेटियों के चक्कर में फंसना है या ना फंसना है, बिल्कुल नहीं। असी उसको रद्द कर दिया है। ਜਿਹੜੇ ਉਹਦੇ 'ਚ 4 नुमाइंदे भी लए थे इन्होंने, वो ਜਿਹੜੇ कानूनों के पक्ष में खड़न वाले है उनके देखो तुसी इंग्लिश के अखबार देखो, हिंदी के अखबार देखो, पंजाबी के अखबार देखो, बड़े बड़े आर्टिकल छपे हैं उन्होंने कि कानून तो किसान पक्की है, ये किसानों की तरक्की करेंगे, किसानों को बढ़ावा मिलेगा। फिर हम उन्होंने लोग के क्यों आगे जाके पेश होंगे? वो वकालत कर रहे हैं, एक कृषि कानून अच्छे हैं, आप बिल्कुल नहीं उनके आगे पेश होंगे। नहीं, आज 9th बैठक है, हमें कुछ ज़्यादा उम्मीद नहीं, ज़्यादा उम्मीद क्योंकि सारे मुद्दे रखे जाएंगे आज जिस तरीके मुद्दे जैसे पहले रखते हैं वैसे ही रखेंगे। वही रिपीलिंग ऑफ 3 एक्ट, MSP, 2 मुद्दे मेन है, ये रखेंगे। लेकिन मुझे नहीं ज़्यादा कुछ, क्योंकि कोई सिचुएशन चेंज नहीं हुआ है। हम आंदोलन पर बैठे हैं वैसे ही, तो लेट अस सी हाउ दे बिहेव, हाउ दे से एड्रेस आवर इश्यूज एंड प्रॉब्लम्स। लेकिन सर जिस तरीके से सुप्रीम कोर्ट के बाद आज पहली बैठक हो रही है, लगता है इसीलिए तो लगता है कि ज़्यादा होपफुल नहीं है, क्योंकि सुप्रीम कोर्ट कृष्णपाल जी ਅੱਜ ਦੀ ਮੀਟਿੰਗ ਕਿੰਨੀ ਇੰਪੋਰਟੈਂਟ ਲੱਗਦੀ ਹੈਗੀ ਹੈ? 9ਵੀਂ ਮੀਟਿੰਗ ਹੈ। ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕਾ ਹੈਗਾ ਕਿ ਅਸੀਂ ਰੋਕ ਲਾਈ ਹੈ ਜਿਹੜਾ ਕਾਨੂੰਨ ਹੈਗੇ ਨੇ। ਅੱਜ ਕੀ ਦੇਖ ਰਹੇ ਹੋ ਤੁਸੀਂ ਮੀਟਿੰਗ ਦੇ देखो ਵਿੱਚ? सुप्रीम कोर्ट ने जो रोक लाई है वी वेलकम इट। सुप्रीम कोर्ट ने जो अंदोलन ਨੂੰ उठाया नहीं है वी वेलकम इट। सुप्रीम कोर्ट ने लेकिन ਜਿਹੜੀ ਇੱਕ ਲੰਗੜੀ ਲੁੱਲੀ ਜੀ ਕਮੇਟੀ ਬਣਾਤੀ ਹੈ ਜਿਹਦੇ ਵਿੱਚ ਚਾਰੋਂ ਦੇ ਚਾਰੋਂ ਮੈਂਬਰ ਨੇ ਜਿਹੜੇ ਉਹ ਐਕਟਸ ਬਣਾਉਣ ਵਾਲੇ ਨੇ ਤੇ ਐਕਟਸ ਨੂੰ ਡਿਫੈਂਡ ਕਰਨ ਵਾਲੇ ਨੇ। ਉਸ ਕਮੇਟੀ ਉਹ ਮੈਂਬਰਾਂ ਦੀ ਗੱਲ ਨਹੀਂ ਹੈ। ਮੋਰਓਵਰ ਵੀ ਆਰ ਆਫ ਦਾ ਓਪੀਨੀਅਨ ਕਿ ਇਹ ਜਿਹੜੀ ਕਮੇਟੀ ਬਣਾਉਣ ਦਾ ਜਿਹੜਾ ਹੈ ਮਤਲਬ ਕਿ ਕਨਸੈਪਟ ਹੈ, ਇਹ ਐਕਚੁਅਲੀ ਸਾਡੇ ਅੰਦੋਲਨ ਨੂੰ ਜਾਂ ਸਾਡੇ ਇਸ਼ੂ ਨੂੰ ਇੱਕ ਤਰ੍ਹਾਂ ਦਾ ਡਿਲੇ ਕਰਨ ਦਾ ਡਿਲੇ ਐਂਡ ਆਵਰ ਪੀਪਲਸ ਮਾਈਂਡ ਇਜ਼ ਡਾਇਵਰਟਡ ਕਿ ਨੋ ਇਟਸ ਨਾਟ ਦਾ ਗਵਰਨਮੈਂਟ। ਹੁਣ ਇਹ ਕਮੇਟੀ ਹੈ ਜਿਹੜੀ ਕਮੇਟੀ ਸਾਡੇ ਇਸ਼ੂ ਨੂੰ ਹੱਲ ਕਰੂਗੀ। ਸੋ ਸਾਰਾ ਗੁੱਸਾ ਜਿਹੜਾ ਲੋਕਾਂ ਦਾ ਉਸ ਗਵਰਨਮੈਂਟ ਨੇ ਆਪਣੇ ਤੋਂ ਕੱਢਣ ਦੀ ਬਜਾਏ ਸੁਪਰੀਮ ਕੋਰਟ ਦੇ ਰਾਹੀਂ 4 ਉਹਨਾਂ ਮੈਂਬਰਾਂ ਦੇ ਉੱਪਰ ਲਾਇਆ ਹੈ ਜਿਨ੍ਹਾਂ ਮੈਂਬਰਾਂ ਤੋਂ ਸਾਨੂੰ ਕੋਈ ਆਸ ਵੀ ਨਹੀਂ ਹੈ। ਤੇ ਜਿਹੜੇ ਸਾਡੇ ਅੰਦੋਲਨ ਜਿਵੇਂ ਮੈਂ ਕਹਿ ਕੇ ਡਿਲੇ ਤਾਂ ਹੋਊਗਾ, ਉਹ ਡੈਵੀਏਟ ਐਂਡ ਡਾਇਵਰਸ਼ਨ ਆਫ ਦਾ ਅੰਦੋਲਨ ਵੀ ਹੋਊਗਾ। ਸੋ ਅਸੀਂ ਇਸੇ ਕਰਕੇ ਜਿਹੜੇ ਅੰਦੋਲਨ ਦੇ ਦੌਰਾਨ ਜਿਹੜੀ ਕਮੇਟੀ ਬਣਾਈ ਹੈ, ਇਸ ਕਮੇਟੀ ਦੇ ਕਨਸੈਪਟ ਨੂੰ ਅਸੀਂ ਆਲਰੇਡੀ ਰਿਜੈਕਟ ਕਰ। ਜਿਹੜੀ ਕਮੇਟੀ ਬਣਾਈ ਹੈ ਉਹ ਵੀ ਕਿਸੇ ਕੰਮ ਦੀ ਨਹੀਂ ਹੈ। ਇਸ ਕਰਕੇ ਅੱਜ ਤਾਂ ਮੈਨੂੰ ਲੱਗਦਾ ਵੀ ਇਹਨਾਂ ਨੇ ਮੀਟਿੰਗ ਰੱਖੀ ਹੈ, ਇਹਨਾਂ ਨੂੰ ਕੈਂਸਲ ਕਰਨੀ ਔਖੀ ਹੋਗੀ। ਬੁਲਾ ਲਿਆ ਸਾਨੂੰ
ਨਿਕਲ ਪਾਉਣ ਦੀ ਕੋਈ ਉਮੀਦ ਭੁਪਿੰਦਰ ਮਾਨ ਹੋਰਾਂ ਦੀ ਜ਼ਮੀਰ ਜਾਗੀ ਜਾਂ ਫਿਰ ਕਿਸਾਨਾਂ ਦੇ ਦਬਾਅ ਹੇਠ ਉਹਨਾਂ ਨੇ ਅਸਤੀਫਾ ਦਿੱਤਾ ਜੀ? ਲੋਕਾਂ ਦਾ ਦਵਾਈ ਇਹਨਾਂ ਵੀ ਕੋਈ ਖੜੀ ਨਹੀਂ ਰਿਹਾ। ਜਾਂ ਕਮੇਟੀ ਬਣਾਈ ਸੀ, ਉਹ ਕਮੇਟੀ ਵੀ ਜਿਹੜੀ ਬਣਾਈ ਹੈ ਉਹ ਵੀ ਤਾਂ ਇਹ ਜਥੇਬੰਦੀਆਂ ਵੱਲੋਂ ਤਾਂ ਉਹਨਾਂ ਦੇ ਕਿਰਦਾਰ ਬਾਰੇ ਪਤਾ ਹੈ, ਉਹ ਰਿਜੈਕਟ ਹੀ ਹੈ ਉਹ ਤਾਂ, ਕਿਉਂਕਿ ਇੱਕ ਤਰਫੀ ਕਮੇਟੀ ਹੈ। ਉਹ ਕਮੇਟੀ ਤਾਂ ਪਹਿਲਾਂ ਹੀ ਪ੍ਰਵਾਨ ਕਰ ਚੁੱਕੀ ਹੈ ਵੀ ਕਾਨੂੰਨ ਬਹੁਤ ਠੀਕ ਨੇ ਜੀ, ਇਹ ਲੋਕਾਂ ਦਾ ਫਾਇਦਾ ਕਰਨਗੇ। ਤੇ ਹੁਣ ਉਸੇ ਕਮੇਟੀ ਨੂੰ ਇੱਕ ਤਰਫੀ ਕਮੇਟੀ ਦੇ ਇੰਨੇ ਫੈਸਲਾ ਕਰਨਾ ਤੇ ਉਹਨਾਂ ਦੇ ਵਿੱਚੋਂ ਉਹਨਾਂ ਦੀ ਆਪਦੀ ਬਣਾਈ ਹੋਈ ਕਮੇਟੀ ਦੇ ਵਿੱਚੋਂ ਲੋਕਾਂ ਦਾ ਦਵਾਈ ਹੈ ਇਹਨਾਂ ਵੀ ਇੱਕ ਤਾਂ ਭੱਜੀ ਗਿਆ, ਆ ਦੂਜਿਆਂ ਨੇ ਵੀ ਭੱਜ ਜਾਣਾ ਹੌਲੀ ਹੌਲੀ। ਉਗਰਾਹਾਂ ਸਾਹਿਬ, ਸਿੱਧਾ ਸਵਾਲ ਹੈ ਜੀ, ਅੱਜ ਦੀ ਮੀਟਿੰਗ ਤੋਂ ਤੁਹਾਨੂੰ ਕੋਈ ਉਮੀਦ ਹੈ? ਨਹੀਂ, ਕੋਈ ਉਮੀਦ ਨਹੀਂ। देखो जी, हम लोग तो हर बार सोचते हैं कि सरकार बात करेगी तो कोई ना कोई पॉजिटिव रोक आ जाएगा, पर आज भी देखते हैं, अभी जाने वाले हैं, आज देखते हैं आज सरकार क्या चाहती है, क्या सरकार बोलती है। सरकार को इसका जो कानून है इसको वापस ही करना चाहिए, एक इतना लंबा नहीं खिंचना चाहिए। ਗੱਲਬਾਤ ਚੱਲੂਗੀ ਪਰ ਹੱਲ ਅੱਜ ਨਹੀਂ ਹੋਊਗਾ। 2 ਮੀਟਿੰਗਾਂ ਹੋਰ ਹੋਣਗੀਆਂ। ਜਿੱਦਾਂ ਦਾ 26 ਨੇੜੇ ਆ ਰਹੀ ਆ, ਸਰਕਾਰ ਦੀਆਂ ਲੱਤਾਂ ਤਾਂ ਕੰਬ ਰਹੀਆਂ। ਹੁਣ ਉਹ ਥੋੜਾ ਡਿਲੇਇੰਗ ਟੈਕਟਿਕਸ ਵਰਤਦੇ ਆ ਤੇ ਸ਼ਾਇਦ ਅਸੀਂ ਨੇੜੇ ਜਾ ਕੇ ਕਰੀਏ। ਸੰਭਾਵਨਾਵਾਂ ਇਹ ਆ 1-2 ਮੀਟਿੰਗਾਂ 'ਚ ਲੱਗਦਾ ਹੱਲ ਹੋ ਜਾਊਗਾ। ਜੇ ਨਹੀਂ ਹੱਲ ਹੋਊਗਾ ਤੇ ਸੰਘਰਸ਼ ਏਡਾ ਵੱਡਾ ਹੋਊਗਾ ਜਿਹੜਾ ਸਰਕਾਰ ਉਹਦਾ ਸਾਹਮਣਾ नहीं कर सकेगी। लेकिन 26 तारीख के बाद पहली बैठक जो है वो हो रही है। सुप्रीम कोर्ट की जो कमेटी बनाई है, ਨਹੀਂ ਕਮੇਟੀ ਤਾਂ ਕਮੇਟੀ ਬਣ ਤੋਂ ਪਹਿਲਾਂ ਹੀ ਰੱਦ ਕਰ ਚੁੱਕੇ ਆ। ਅਸੀਂ ਬਾਈਲੇਟਰ ਗੱਲਬਾਤ ਕਰ ਰਹੇ ਹਾਂ, 2 ਤਰੀ ਗੱਲਬਾਤ ਆ। ਅਸੀਂ ਤੀਜੀ ਧਿਰ ਕਿਉਂ ਵਿੱਚ ਪਾਈਏ? ਤੇ ਕਮੇਟੀ ਪਾਰਲੀਮੈਂਟ ਤੋਂ ਉੱਪਰ ਨਹੀਂ ਹੁੰਦੀ। ਕੋਈ ਵੀ ਬੰਦਾ ਪਾਰਲੀਮੈਂਟ ਦਾ ਕੈਬਨਿਟ ਤੋਂ ਉੱਪਰ ਥੋੜੀ ਆ। ਪਾਰਲੀਮੈਂਟ ਕੈਬਨਿਟ ਇੱਕ ਲੇਮੈਨ ਦੇ ਸਾਹਮਣੇ ਜਾ ਕੇ ਪੇਸ਼ ਹੋਵੇ, ਉਹ ਤਾਂ ਕਾਨੂੰਨਾਂ ਦੇ ਪਹਿਲਾਂ ਹਮਾਇਤੀ ਜਿਹੜੀ ਬਣਾਈ ਆ। ਪਰ ਕਮੇਟੀ ਬਣ ਤੋਂ ਪਹਿਲਾਂ ਹੀ ਅਸੀਂ ਕਹਿਤਾ ਸੀ ਇਹ ਕਮੇਟੀ ਨੂੰ नहीं मना। देखिए, उम्मीद तो लेकर ही आए हैं हम। पंजाब से, पूरे देश से किसान जो यहाँ पे आंदोलन में आए हैं, सब एक उम्मीद के साथ आए हैं कि सरकार हमारी है, सरकार से हम अपना इस प्रॉब्लम का सॉल्व करवा के ही जाएंगे। तो उम्मीद तो है, ऐसी बात तो नहीं है, लेकिन आगे वो उम्मीद कितनी मिलती है, कितनी उम्मीद पर सरकार पूरी खरी उतरती है, वो जब हमारी बैठक कंप्लीट होगी तब पता चलेगा। ਇਹ ਗੱਲਬਾਤ ਤੁਸੀਂ ਸੁਣੀ ਹੈ, ਇਹ ਉਦੋਂ ਦੀ ਗੱਲਬਾਤ ਹੈ ਜਦੋਂ ਕੁਝ ਸਮਾਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਮੀਟਿੰਗ ਕਰਨ ਦੇ ਲਈ ਅੰਦਰ ਗਏ ਨੇ ਤੇ ਲੰਚ ਟਾਈਮ ਦਾ ਹੁਣ ਦੌਰ ਜਿਹੜਾ ਖਤਮ ਹੋਇਆ ਹੈ ਤੇ ਦੁਬਾਰਾ ਮੀਟਿੰਗ ਸ਼ੁਰੂ ਹੋਈ ਹੈ। ਸਾਡੇ ਨਾਲ ਸ਼ਰਦ ਵਰਮਾ ਜੀ ਮੌਜੂਦ ਨੇ। ਵਰਮਾ ਜੀ, ਕਿਸ ਤਰ੍ਹਾਂ ਵੇਖ ਰਹੇ ਹੋ ਅੱਜ ਦੀ ਮੀਟਿੰਗ ਦੇ ਦੌਰ ਨੂੰ? ਉਸੇ ਤਰ੍ਹਾਂ ਦਾ ਵਰਤੀਰਾ ਫੇਰ ਆ ਜੋ ਪਿਛਲੀਆਂ 8 ਮੀਟਿੰਗਾਂ ਦੇ ਵਿੱਚ ਰਹਿੰਦਾ ਹੈ ਕਿ ਪਹਿਲਾਂ ਕਿਸਾਨ ਪਹੁੰਚਦੇ ਨੇ, ਫਿਰ ਮੰਤਰੀ ਪਹੁੰਚਦੇ ਨੇ, ਫਿਰ ਤਲਖੀ ਹੁੰਦੀ ਆ, ਫਿਰ ਬਹਿਸ ਹੁੰਦੀ ਆ, ਫਿਰ ਉਹੀ ਪੇਸ਼ਕਸ਼ਾਂ ਸਾਹਮਣੇ ਆਉਂਦੀਆਂ ਨੇ, ਫਿਰ ਜਦੋਂ ਜ਼ਿਆਦਾ ਤਲਖੀ ਹੁੰਦੀ ਹੈ ਲੰਚ ਟਾਈਮ ਹੋ ਜਾਂਦਾ ਹੈ। ਲੰਚ ਟਾਈਮ ਤੋਂ ਬਾਅਦ ਕੁਝ ਹੀ ਸਮੇਂ ਦੇ ਵਿੱਚ ਮੀਟਿੰਗ ਬੇਸਿੱਟਾ ਹੋਣ ਦੀ ਗੱਲ ਬਾਹਰ ਆ ਜਾਂਦੀ ਹੈ। ਅੱਜ ਫਿਰ ਉਹੀ ਕੁਝ ਨਜ਼ਰ ਆ ਰਿਹਾ ਜੀ ਗਗਨ। ਜਿਵੇਂ ਅੱਜ ਦੀ ਮੀਟਿੰਗ ਤੋਂ ਪਹਿਲਾਂ ਥੋੜਾ ਜਿਹਾ ਉਮੀਦ ਬਣੀ ਸੀਗੀ ਕਿ ਵੀ ਸ਼ਾਇਦ ਇਹਦੇ ਵਿੱਚ ਅੱਜ ਕੁਝ ਹੱਲ ਹੋ ਸਕਦਾ ਹੈਗਾ, ਕਿਉਂਕਿ ਮੀਟਿੰਗ ਤੋਂ ਪਹਿਲਾਂ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ ਜੀ, ਉਹਨਾਂ ਨੇ ਇੱਕ ਸੰਕੇਤ ਦਿੱਤਾ ਸੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਕੁਝ ਸਿੱਟਾ ਜ਼ਰੂਰ ਕੱਢਾਂਗੇ ਤੇ ਉਤੋਂ ਕੁਝ ਉਮੀਦਾਂ ਬਣੀਆਂ ਸੀਗੀਆਂ। ਪਰ ਜਦੋਂ ਮੀਟਿੰਗ ਸਟਾਰਟ ਹੁੰਦੀ ਹੈ ਜੀ, ਫਿਰ ਉਹੀ ਗੱਲ ਆ ਜਾਂਦੀ ਹੈ ਕਿ ਇਹ ਹੁਣ ਇਹ ਜਿਹੜੇ ਸੁਪਰੀਮ ਕੋਰਟ ਦੇ ਪਿਛਲੇ ਦਿਨਾਂ 'ਚ ਆਰਡਰ ਹੋਏ ਸੀਗੇ ਵੀ ਜਿਹੜੇ ਕਾਨੂੰਨਾਂ ਤੇ ਰੋਕ ਲਗਾਈ ਹੈਗੀ, ਉਹਨਾਂ ਦੇ ਮੱਦੇਨਜ਼ਰ ਜਿਹੜੇ ਕੇਂਦਰੀ ਮੰਤਰੀ ਹੈ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਵੀ ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ। ਦੇਖੋ ਫਿਰ ਗੱਲ ਉੱਥੇ ਹੀ ਫਸ ਰਹੀ ਹੈਗੀ ਤੇ ਮੈਨੂੰ ਲੱਗਦਾ ਹੈ ਅੱਜ ਫਿਰ ਬੇਸਿੱਟਾ ਹੋਏਗੀ। ਜੋ ਹੁਣ ਤੱਕ ਦੇ ਜਿਹੜੇ ਸ਼ੁਰੂਆਤੀ ਜੋ ਮਿਲੀ ਹੈ ਜੀ ਆਪਾਂ ਨੂੰ ਜਾਣਕਾਰੀ, ਉਸ ਤੋਂ ਉਹਨਾਂ ਨੇ ਇਹੀ ਕਿਹਾ ਹੈਗਾ ਕਿ ਵੀ ਕਾਨੂੰਨਾਂ ਤੇ ਤਾਂ ਰੋਕ ਲੱਗੀ ਹੈਗੀ। ਦੇਖੋ ਕਿਸਾਨਾਂ ਦਾ ਜਿਹੜਾ ਹੈਗਾ ਜੀ ਡਰ ਉਹ ਜਾਇਜ਼ ਵੀ ਹੈਗਾ ਜੀ, ਕਿਤੇ ਵੀ ਇਹ ਜਿਹੜੀ ਰੋਕ ਲੱਗੀ ਹੈ ਇੱਕ ਆਰਜੀ ਰੋਕ ਹੈ ਜੀ, ਅਗਲੇ ਹੁਕਮਾਂ ਤੱਕ ਹੈਗੀ ਹੈ ਕਿ ਵੀ ਇਹਨਾਂ ਨੂੰ ਡਰ ਹੈ ਕਿ ਵੀ ਜੇ ਕਿਤੇ ਇੱਥੋਂ ਦੀ ਧਰਨਾ ਚੱਕ ਲੈਂਦੇ ਹਾਂ ਜੀ, ਅਸੀਂ ਉੱਥੋਂ ਹਟ ਜਾਂਦੇ ਹਾਂ ਤੇ ਦੁਬਾਰਾ ਲਾਗੂ ਹੋ ਸਕਦੇ ਨੇ। ਤਾਂ ਮੈਨੂੰ ਲੱਗਦਾ ਜੀ ਦੇਖੋ ਕੁਛ ਨਾ ਕੁਛ ਸਰਕਾਰ ਨੂੰ ਕਰਨਾ ਚਾਹੀਦਾ ਹੈ ਜੀ। 26 ਜਨਵਰੀ ਦਾ ਜਿਹੜਾ ਆ ਰਿਹਾ ਹੈਗਾ ਦਿਹਾੜਾ ਵਰਮਾ ਜੀ, ਇੱਕ ਬਹੁਤ ਵੱਡੀ ਗੱਲ ਹੈ ਇੱਥੇ ਕਿ ਜਦੋਂ ਕਿਸਾਨ ਤੇ ਸਰਕਾਰ ਦੇ ਵਿਚਕਾਰ ਮੀਟਿੰਗ ਦੀ ਸ਼ੁਰੂਆਤ ਹੁੰਦੀ ਹੈ, ਨਰਿੰਦਰ ਤੋਮਰ ਆ ਕੇ ਬੈਠਦੇ ਨੇ ਮੀਟਿੰਗ ਦੇ ਵਿੱਚੋਂ, ਫਿਰ ਉਹੀ ਗੱਲ ਰੱਖਦੇ ਨੇ ਕਿ ਆਪਾਂ ਨੂੰ ਸੁਪਰੀਮ ਕੋਰਟ ਦਾ ਫੈਸਲਾ ਮੰਨਣਾ ਚਾਹੀਦਾ, ਕਮੇਟੀ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ ਤੇ ਕਿਸਾਨ ਫਿਰ ਉਹੀ ਗੱਲ ਦੁਹਰਾ ਰਹੇ ਨੇ ਜਿਹੜੀ ਗੱਲ ਕਿਸਾਨ ਪਹਿਲਾਂ ਹੀ ਮੀਡੀਆ ਦੇ ਵਿੱਚ ਆ ਕੇ ਕਹਿ ਚੁੱਕੇ ਨੇ। ਲੱਗ ਨਹੀਂ ਰਿਹਾ ਕਿ ਸਰਕਾਰ ਉਹੀ ਪੁਰਾਣੀਆਂ ਗੱਲਾਂ ਨੂੰ ਦੁਹਰਾ ਕੇ ਸਿਰਫ ਇੱਕ ਮੀਟਿੰਗਾਂ ਦੇ ਜੋ ਗਿਣਤੀ ਹੈ 8 ਤੋਂ ਬਾਅਦ 9 ਹੋਗੀ, 9 ਤੋਂ ਬਾਅਦ 10 ਹੋ ਜਾਏਗੀ, ਗਿਣਤੀ ਵਧਾਉਣ ਦੇ ਵਿੱਚ ਲੱਗੀ ਹੋਈ ਹੈ। ਬਿਲਕੁਲ ਜੀ ਗਗਨ, ਮੈਨੂੰ ਇਹ ਲੱਗਦਾ ਦੇਖੋ ਜਦੋਂ ਇਹ ਮੀਟਿੰਗ ਸਟਾਰਟ ਹੋਈ, ਸਟਾਰਟਿੰਗ ਦੇ ਵਿੱਚ ਜਿਹੜਾ ਇਹਨਾਂ ਨੇ ਬੋਲਿਆ ਜੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿ ਵੀ ਕੁਝ ਅੱਜ ਸਿੱਟਾ ਕੱਢਾਂਗੇ, ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਇਹ ਕਿਸਾਨਾਂ ਨੂੰ ਇਹ ਭਰੋਸਾ ਦੇ ਦੇਣ ਜੀ ਕਿ ਜਦੋਂ ਤੱਕ ਤੁਸੀਂ ਮੰਨਦੇ ਨਹੀਂ ਹੈਗੇ ਜੀ, ਤੁਹਾਡੀ ਰਜ਼ਾਮੰਦੀ ਨਹੀਂ ਹੁੰਦੀ ਹੈਗੀ ਇਹਨਾਂ ਖੇਤੀ ਕਾਨੂੰਨਾਂ ਤੇ, ਉਦੋਂ ਤੱਕ ਅਸੀਂ ਕੋਈ ਡਿਸੀਜਨ ਨਹੀਂ ਲੈਂਦੇ ਹੈਗੇ ਵੀ।
ਤੇ ਦੇਖੋ ਸੁਪਰੀਮ ਕੋਰਟ ਦੀ ਕਮੇਟੀ ਨੂੰ ਲੈ ਕੇ ਕਿਸਾਨਾਂ ਨੇ ਪਹਿਲਾਂ ਹੀ ਆਪਣਾ ਜ਼ਾਹਰ ਕਰਤਾ ਸੀਗਾ, ਮੀਟਿੰਗ ਤੋਂ ਪਹਿਲਾਂ ਬਣਨ ਤੋਂ ਪਹਿਲਾਂ ਹੀ ਕਰਤਾ ਸੀਗਾ ਜੀ। ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਜਿਹੜੀਆਂ ਜੋ ਉਹਨਾਂ ਦੇ ਪ੍ਰਤੀਕਰਮ ਆਏ ਉਹ ਸਭ ਪਤਾ ਹੀ ਹੈ ਜੀ ਆਪਾਂ ਨੂੰ। ਉਸ ਤੋਂ ਬਾਅਦ ਪਿਛਲੇ ਦਿਨਾਂ 'ਚ ਉਹਨਾਂ ਨੇ ਮਾਨ ਸਾਹਿਬ ਨੇ ਜਿਹੜੇ ਹੈਗੇ ਜੀ ਭੁਪਿੰਦਰ ਸਿੰਘ ਮਾਨ, ਉਹਨਾਂ ਨੇ ਇਸ ਤੋਂ ਦੇਤਾ ਮਤਲਬ ਕਿ ਆਪਣਾ ਨਾਮ ਵਾਪਸ ਲੈ ਲਿਆ ਹੈਗਾ। ਤੇ ਉਹੀ ਰੇੜਕਾ ਉਹੀ ਬਣ ਰਿਹਾ ਹੈਗਾ। ਉਹ ਜਿਹੜੇ ਹੈਗੇ ਕਿਸਾਨ ਆਪਣੇ ਜੋ ਹੈ ਕਾਨੂੰਨੀ ਰਸਤਾ ਨਹੀਂ ਅਪਣਾਉਣਾ ਚਾਹੁੰਦੇ, ਇਹਦੇ ਵਿੱਚ ਅਦਾਲਤ ਦਾ ਰਸਤਾ ਨਹੀਂ ਅਪਣਾਉਣਾ ਚਾਹੁੰਦੇ। ਬਿਲਕੁਲ। ਸੋ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਦੁਬਾਰਾ ਜਿਹੜੀ ਮੀਟਿੰਗ ਚੱਲ ਰਹੀ ਹੈ, ਮੀਟਿੰਗ ਦਾ ਸਿਲਸਿਲਾ, ਮੀਟਿੰਗ ਦਾ ਦੌਰ ਫਿਰ ਉਸੇ ਤਰ੍ਹਾਂ ਜਾਰੀ ਹੈ। ਇਸ ਮੀਟਿੰਗ ਤੋਂ ਬਹੁਤ ਸਾਰੀਆਂ ਉਮੀਦਾਂ ਸੀ, ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ, ਸੁਪਰੀਮ ਕੋਰਟ ਇਸ ਦੇ ਉੱਤੇ ਕਾਨੂੰਨਾਂ ਦੇ ਉੱਤੇ ਸਟੇ ਲਗਾਉਂਦੀ ਹੈ। ਇੱਕ ਕਮੇਟੀ ਦਾ ਗਠਨ ਹੁੰਦਾ ਹੈ। ਕਮੇਟੀ ਦਾ ਇੱਕ ਉਹ ਨੁਮਾਇੰਦਾ ਜਿਹਨੂੰ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਾ ਨੁਮਾਇੰਦਾ ਦੇ ਤੌਰ ਦੇ ਉੱਤੇ ਕਮੇਟੀ ਦੇ ਵਿੱਚ ਰੱਖਿਆ ਜਾਂਦਾ। ਜਦੋਂ ਉਹ ਨੁਮਾਇੰਦਾ ਅਸਤੀਫਾ ਦੇ ਦਿੰਦਾ, ਮੈਂ ਜ਼ਿਕਰ ਕਰ ਰਿਹਾ ਭੁਪਿੰਦਰ ਸਿੰਘ ਮਾਨ ਹੋਣਾ ਦਾ, ਭੁਪਿੰਦਰ ਸਿੰਘ ਮਾਨ ਹੋਣਾ ਨੂੰ ਕਿਸਾਨ ਆਗੂ ਹੋਣ ਦੇ ਤੌਰ ਦੇ ਉੱਤੇ ਹੀ ਕਮੇਟੀ ਦਾ ਹਿੱਸਾ ਬਣਾਇਆ ਗਿਆ ਸੀ, ਤੇ ਉਹਨਾਂ ਦਾ ਅਸਤੀਫਾ ਆਉਂਦਾ ਹੈ ਤਾਂ ਕਮੇਟੀ ਨੂੰ ਵੀ ਵੱਡਾ ਝਟਕਾ ਲੱਗਦਾ ਹੈ। ਤੇ ਜੋ ਲਗਾਤਾਰ ਸਰਕਾਰ ਦੀਆਂ ਅਗਲੀਆਂ ਪੈਰਵਾਈਆਂ ਨੇ, ਝਟਕਾ ਉਹਨਾਂ ਚੀਜ਼ਾਂ ਨੂੰ ਵੀ ਲੱਗਦਾ, ਕਿਉਂਕਿ ਸਰਕਾਰ ਦੇ ਵੱਲੋਂ ਵੀ ਕਮੇਟੀ ਦੇ ਗਠਨ ਦੀ ਗੱਲ ਹੁੰਦੀ ਹੈ, ਪਰ ਕਿਸਾਨ ਸਿੱਧੇ ਤੌਰ ਦੇ ਉੱਤੇ ਕਹਿ ਚੁੱਕੇ ਨੇ ਕਿ ਕਮੇਟੀ ਦੇ ਕੋਲ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਨ ਦੀ ਤਾਕਤ ਨਹੀਂ ਹੈ। ਕਿਸੇ ਵੀ ਤਰ੍ਹਾਂ ਦੀ ਅਥਾਰਟੀ ਕਾਨੂੰਨਾਂ ਦੇ ਵਿੱਚ ਤਬਦੀਲੀ ਦੀ ਉਹਨਾਂ ਦੇ ਕੋਲ ਨਹੀਂ ਹੈ। ਇਸ ਕਰਕੇ ਅਸੀਂ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਕਾਨੂੰਨ ਸਰਕਾਰ ਨੇ ਬਣਾਏ ਨੇ ਤੇ ਵਾਪਸ ਵੀ ਸਰਕਾਰ ਹੀ ਲੈ ਸਕਦੀ ਹੈ। ਸੋ ਉਸੇ ਦੌਰ ਦੇ ਵਿੱਚ ਮੀਟਿੰਗ ਚੱਲ ਰਹੀ ਹੈ। ਸੋ ਇਸ ਮੀਟਿੰਗ ਦੇ ਕੋਈ ਸਿੱਟਾ ਨਿਕਲਦਾ ਜਾਂ ਫਿਰ ਮੀਟਿੰਗ ਫਿਰ ਬੇਸਿੱਟਾ ਨਿਕਲੇਗੀ, ਉਦੋਂ ਤੱਕ ਲਈ ਫਿਰ ਮੁੜ ਹਾਜ਼ਰ ਹੋਵਾਂਗੇ। ਜੇਕਰ ਕੋਈ ਵੱਡੀ ਅਪਡੇਟ ਆਉਂਦੀ ਹੈ, ਜੇ ਬੇਸਿੱਟਾ ਰਹਿੰਦੀ ਹੈ ਤਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਉਸੇ ਤਰ੍ਹਾਂ ਸਾਂਝੀ ਕਰਾਂਗੇ। ਫਿਲਹਾਲ ਦੇ ਲਈ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ।